इस वक्त साढ़े नाल दो जिहड़े माहिर ने कानूनी माहिर वो जुड़े लोकेश नारंग वकील ने पर भारतीय जनता पार्टी के भी मैंबर ने इधर का पक्ष रखणगे। इस तो इलावा बिक्रमजीत सिंह पासी वकील ने पर आम आदमी पार्टी के नाल जुड़े हुए हैं। सो दोवें आपो अपना पक्ष रखणगे। लोकेश नारंग जी पहलां तुसीं अपना जिहड़ा पॉइंट सीगा वो क्लीयर करता सी काफ़ी हद तक। बिक्रमजीत पासी बाद च जुड़े। बिक्रम तुसीं थोड़ा इनू समझाओ, एलैबोरेट करो कि 167 की है। सत श्री अकाल जी सारिਆਂ ਨੂੰ ਤੁਹਾਡੇ ਦਰਸ਼ਕਾਂ ਨੂੰ ਪ੍ਰਮਾਤਮਾ ਖੁਸ਼ੀਆਂ ਦੇਵੇ। ਦੇਖੋ ਇਹ ਜਿਹੜਾ ਮਸਲਾ ਹੈ ਨਾ ਜੀ, ਜੋ ਰਾਜਪਾਲ ਸਾਹਿਬ ਨੇ ਲੈਟਰ ਦਿੱਤਾ ਜਾਂ ਭਗਵੰਤ ਮਾਨ ਜੀ ਨੇ ਉਹਦੀ ਜਵਾਬ ਦਿੱਤਾ ਹੈ, ਇਹ ਨੋ ਡਾਊਟ ਲੈਟਰ 167 ਆਰਟੀਕਲ ਦੇ ਤਹਿਤ ਜਿਹੜਾ ਹੈ ਗਵਰਨਰ ਸਾਹਿਬ ਨੇ ਦਿੱਤਾ ਹੈ, ਪਰ ਇਹ ਸਿਰਫ ਇੱਕ ਲੀਗਲ ਮਸਲਾ ਨਾ ਰਹਿ ਕੇ ਇੱਕ ਪੋਲੀਟੀਕਲ ਮਸਲਾ ਵੀ ਹੈ। ਕਿਉਂਕਿ ਜੋ ਰਾਜਪਾਲ ਸਾਹਿਬ ਦੀ ਟਾਈਮਿੰਗ ਹੈ, जो लैटर दी तुसी सिर्फ इबारत ना देखो, ਉਹਦੇ ਪਿੱਛੇ ਦੀ ਇੰਟੈਂਸ਼ਨ ਦੇਖੋ। नहीं बिक्रम जी पता की मैं उस सियासी मसले ते जाना ही नहीं गा, मैं नहीं जा रहा उस सियासी मसले। मैं सिर्फ तुहाडे तो टैक्नीकैलिटी जानना चाहना है कि 167 की एम्पावर करदी है गवर्नर नूं कि वो सीएम नूं तलब कर सकन। देखो 167 गवर्नर ਨੂੰ ਇੱਕ ਇੰਪਾਵਰ ਕਰਦੀ ਹੈ ਕਿ ਉਹ ਇਨਫੋਰਮੇਸ਼ਨ ਲੈ ਸਕਦੇ ਆ, ਪਰ ठीक है ਗਵਰਨਰ ਜੋ ਹੈ ਉਹ ਡੇ ਟੂ ਡੇ ਵਰਕਿੰਗ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ। ਤੁਸੀਂ ਆਰਟੀਕਲ ਕੱਲਾ 167 ਨਹੀਂ ਚੱਕ ਸਕਦੇ। 167 ਸੀ ਦੀ ਕਲੌਜ਼ ਸੀ ਵੀ ਹੈ ਔਰ ਆਰਟੀਕਲ 163 ਵੀ ਰੈੱਡ ਵਿਦ ਕਰਿਆ ਜਾਂਦਾ ਹੈ, ਆਰਟੀਕਲ 155 ਵੀ ਰੈੱਡ ਵਿਦ ਕਰਿਆ ਜਾਂਦਾ ਹੈ, 151 ਵੀ ਰੈੱਡ ਵਿਦ ਕਰਿਆ ਜਾਂਦਾ ਹੈ। ਹੁਣ ਗੱਲ ਇੱਥੇ ਆ ਜਾਂਦੀ ਹੈ ਕਿ ਕੌਣ ਹੈ ਜੋ ਆਪਣੀ ਪਾਵਰਸ ਨੂੰ ਐਕਸੀਡ ਕਰਨ ਦੀ ਕੋਸ਼ਿਸ਼ ਕਰਦਾ। ਮੈਂ ਜਦੋਂ ਸੰਵਿਧਾਨ ਦੇ ਆਪਾਂ ਗੱਲ ਕਰਦੇ ਹਾਂ, ਲੀਗਲ ਹੀ ਗੱਲ ਕਰੂੰਗਾ ਕਿ ਜਦੋਂ ਸੰਵਿਧਾਨ ਬਣਾਇਆ ਸਾਡੇ ਮਾਨਯੋਗ BR ਅੰਬੇਦਕਰ ਜੀ ਜੋ ਸੰਵਿਧਾਨ ਨਿਰਮਾਤਾ ਹੈ, ਉਸ ਦੇ ਹੈੱਡ ਸੀਗੇ, ਉਹਨਾਂ ਦੀ ਕਿਆ ਵਰਡਿੰਗ ਸੀਗੀ? ਉਹਨਾਂ ਨੇ ਕਿਹਾ ਸੀ, ਦੀ ਗਵਰਨਰ ਅੰਡਰ ਦੀ ਕਨਸਟੀਟਿਊਸ਼ਨ ਹੈਜ਼ ਨੋ ਫੰਕਸ਼ਨਸ which he can discharge by himself, no functions at all। ਇਹ ਵਰਡਿੰਗ ਸਾਡੇ ਮਾਨਯੋਗ ਡਾਕਟਰ BR ਅੰਬੇਦਕਰ ਜੀ ਦੀ ਸੀ। ਹੁਣ ਜਦੋਂ ਗੱਲ ਤਾਂ 167 ਦੀ ਸਾਰੇ ਕਰਦੇ ਆ ਕਿ ਗਵਰਨਰ ਸਾਹਿਬ ਇਨਫੋਰਮੇਸ਼ਨ ਲੈ ਸਕਦੇ ਆ, ਲੇਕਿਨ ਗਵਰਨਰ ਸਾਹਿਬ ਕਿਸ ਆਧਾਰ ਤੇ ਇਨਫੋਰਮੇਸ਼ਨ ਲੈ ਰਹੇ ਆ? ਉਹਨਾਂ ਨੇ ਲੈਟਰ ਦੇ ਵਿੱਚ ਕਿਹਾ ਕਿ ਮੈਨੂੰ ਕੁਝ ਕੰਪਲੇਂਟਸ ਆਈਆਂ। ਪਹਿਲੀ ਚੀਜ਼, ਉਹਨਾਂ ਕੰਪਲੇਂਟਸ ਦਾ ਕੋਈ ਜ਼ਿਕਰ ਨਹੀਂ ਹੈ, ਉਸ ਐਵੀਡੈਂਸ ਦਾ ਜ਼ਿਕਰ ਨਹੀਂ ਹੈ। ਤੁਸੀਂ ਇੱਕ ਇਲੈਕਟਡ ਸੀਐਮ ਨੂੰ ਪੁਆਇੰਟ ਆਊਟ ਕਰ ਰਹੇ ਹੋ, ਇੱਕ ਇਲੈਕਟਡ ਸਰਕਾਰ ਨੂੰ ਪੁਆਇੰਟ ਆਊਟ ਕਰ ਰਹੇ ਹੋ, ਲੇਕਿਨ ਤੁਸੀਂ ਉਹਦੇ ਵਿੱਚ ਇੱਕ ਵਿਰੋਧੀ ਧਿਰ ਦੀ ਤਰ੍ਹਾਂ ਇੱਕ ਲੈਟਰ ਇਸ਼ੂ ਕਰ ਦਿੰਦੇ ਹੋ। ਉਹਦੇ 'ਚ ਪੂਰੀ ਡਿਟੇਲ ਨਹੀਂ ਹੈ ਕਿ ਤੁਹਾਡੇ ਕੀ ਸੋਰਸਿਸ ਹੈ। ਸਿੰਪਲੀ ਬਾय ਮੈਂਸ਼ਨਿੰਗ ਕਿ ਜੀ ਇੱਕ ਸੁਖਬੀਰ ਬਾਦਲ ਜੀ ਨੇ ਇਹ ਕਿਹਾ ਜਾਂ ਪ੍ਰਤਾਪ ਬਾਜਵਾ ਜੀ ਨੇ, ਤਾਂ ਇਹਦਾ ਮਤਲਬ ਤਾਂ ਕਲੀਅਰ ਹੋ ਗਿਆ ਕਿ ਉਹ ਪੋਲੀਟੀਕਲੀ ਜਿਹੜੀ ਗੱਲਾਂ ਸੁਣ ਕੇ ਲੈਟਰ ਇਸ਼ੂ ਕਰ ਰਹੇ ਆ। ਔਰ ਤੁਸੀਂ ਇਨਫੋਰਮੇਸ਼ਨ ਸੰਵਿਧਾਨਿਕ ਦੇ ਤੌਰ ਤੇ ਲੈਣੀ ਹੈ ਤਾਂ ਤੁਸੀਂ ਉਹਦਾ ਇੱਕ ਪ੍ਰੋਸੈਸ ਹੁੰਦਾ। ਔਰ ਫਿਰ ਦੂਸਰੀ ਚੀਜ਼ ਸਰ, ਉਹਨਾਂ ਨੇ ਕਿਹਾ ਮੈਂ ਪਹਿਲਾਂ ਲੈਟਰਸ ਜਾਰੀ ਕੀਤੀਆਂ, ਪਰ ਜਿਹੜੇ ਪ੍ਰਿੰਸੀਪਲਸ ਆ ਉਹ ਤਾਂ 6 ਤਰੀਕ ਨੂੰ ਗਏ ਆ, 11 ਤਰੀਕ ਨੂੰ ਵਾਪਸ ਆਏ ਆ, 13 ਤਰੀਕ ਨੂੰ ਤੁਸੀਂ ਲੈਟਰ ਇਸ਼ੂ ਕਰ ਰਹੇ ਹੋ। ਔਰ ਉਹਦੀ ਜਿਹੜੀ ਟਾਈਮਿੰਗ ਹੈ, ਜਦੋਂ ਅਸੀਂ ਚੰਡੀਗੜ੍ਹ ਡੈਮੋਨਸਟ੍ਰੇਸ਼ਨ ਕਰ ਰਹੇ ਹਾਂ ਉਸ ਤੋਂ ਅਗਲੇ ਦਿਨ ਉਹ ਜਿਹੜਾ ਹੈ ਲੈਟਰ ਇਸ਼ੂ ਕਰ ਰਹੇ ਆ। ਇਹਦਾ ਮਤਲਬ ਹੈ ਗਵਰਨਰ ਸਾਹਿਬ ਆਪਣੀ ਪਾਵਰਸ ਨੂੰ ਐਕਸੀਡ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਠੀਕ ਹੈ, ਮੈਂ ਹੁਣ BJP ਵੱਲੋਂ ਨੇ ਵਕੀਲ ਲੋਕੇਸ਼ ਨਾਰੰਗ ਉਹਨਾਂ ਤੋਂ ਲੈ ਲੇ ਜਿਹੜਾ ਕਮੈਂਟ ਹੈ। ਨਾਰੰਗ ਸਾਹਿਬ, ਹੁਣ ਤੁਸੀਂ ਸੁਣਿਆ ਹੋਣਾ ਬਿਕਰਮਜੀਤ ਪਾਸੀ ਹੋਰਾਂ ਨੂੰ, ਉਹ ਕਹਿ ਰਹੇ ਹੈ ਕਿ ਗਵਰਨਰ ਸਿੱਧਾ ਆਪਣੀਆਂ ਪਾਵਰਸ ਐਕਸੀਡ ਕਰ ਰਹੇ ਹੈਗੇ, ਉਹਨਾਂ ਦੇ ਕੋਲ ਕੋਈ ਇਸ ਤਰ੍ਹਾਂ ਦਾ ਅਧਿਕਾਰ ਨਹੀਂ ਹੈ। ਥੋੜਾ ਜਿਹਾ ਲੀਗਲ ਪੁਆਇੰਟ ਆਫ ਵਿਊ ਤੋਂ ਹੀ ਸਮਝਾਇਓ ਇਹ ਗੱਲ। जी पहला तो मैं पासी साहब का धन्यवाद करूंगा कि आम आदमी के ऐसे पहले प्रवक्ता ने जिन्होंने ये गल मनी है कि 167 के मुताबिक राज्यपाल के कोल कुछ पावर्स है जी। देखो कल तो इशू चल रहा, असीं इस ते डिबेट कर रहे हैं, पर आम आदमी पार्टी वाले 167 धारा आर्टिकल नूं मन्नण नूं तैयार ही नहीं। हुण जद इन्हां ने मान ही लिया भी 167 गवर्नर नूं इंपावर करदी आ जी, पर ਨਾਲ ਡਾਕਟਰ BR ਅੰਬੇਦਕਰ ਨੂੰ ਵੀ ਕੋਟ ਕੀਤਾ ਹੈ ਬਿਕਰਮਜੀਤ ਪਾਸੀ ਹੋਰਾਂ ਨੇ, ਉਹ ਵੀ ਤੁਸੀਂ ਸੁਣ ਲਿਆ ਹੋਣਾ। ਜਿਹੜਾ ਅੰਬੇਦਕਰ ਸਾਹਿਬ ਨੇ ਸੰਵਿਧਾਨ ਬਣਾਇਆ ਗੁਰਪ੍ਰੀਤ ਜੀ ਦੇ ਮੁਤਾਬਕ ਹੀ ਆਪਾਂ ਉਹਦੀ ਸਹੁੰ ਚੱਕੀ ਹੈ ਨਾ। ਹੁਣ ਉਹਦੇ ਵਿੱਚ ਉਹਨਾਂ ਨੇ ਜੋ ਉਸ ਵੇਲੇ ਕਿਹਾ ਉਹ ਸੰਵਿਧਾਨ 'ਚ ਤਾਂ ਕਿਤੇ ਨਹੀਂ ਲਿਖਿਆ ਹੋਇਆ ਨਾ। ਆਪਾਂ ਤਾਂ ਆਰਟੀਕਲ 166 ਔਰ 167 ਨੂੰ ਦੇਖਣਾ। ਠੀਕ ਹੈ, ਜਦ ਕਿਸੇ ਵੀ ਸੂਬੇ ਦੀ ਸਾਰੀ ਸਰਕਾਰ ਦੀ ਕਾਰਵਾਈ ਗਵਰਨਰ ਦੇ ਨਾਮ ਤੇ ਹੋਣੀ ਹੈ, ਬੀਇੰਗ ਕਸਟੋਡੀਅਨ ਆਫ ਦੀ ਸਟੇਟ ਜੀ। ਦੇਖੋ ਜਦੋਂ ਆਪਾਂ ਸੈਸ਼ਨ ਸ਼ੁਰੂ ਕਰਦੇ ਹਾਂ, ਰੰਗ ਸਾਹਿਬ ਦੀ ਆਵਾਜ਼ ਨਹੀਂ ਆ ਰਹੀ, ਰਾਜਪਾਲ ਦਾ ਭਾਸ਼ਣ ਕਿੱਦਾਂ ਕਰੂੰਗਾ। ਇੱਕ ਮਿੰਟ ਨਾਰੰਗ ਸਾਹਿਬ, ਮੈਂ PCR ਇੱਕ ਮਿੰਟ ਨਾਰੰਗ ਸਾਹਿਬ, ਮੈਂ PCR ਨੂੰ ਕਹਿੰਦਾ ਕਿ ਇੱਕ ਵਾਰੀ ਆਡੀਓ ਦੇਖ ਲਿਆ ਜਾਵੇ ਬਿਕਰਮਜੀਤ ਪਾਸੀ ਹੋਣਾ ਦਾ, ਉਹਨਾਂ ਨੂੰ ਸ਼ਾਇਦ ਆਵਾਜ਼ ਨਹੀਂ ਆ ਰਹੀ ਜੀ। ਨਾਰੰਗ ਸਾਹਿਬ ਕੰਟੀਨਿਊ ਕਰ ਸਕਦੇ ਹੋ ਤੁਸੀਂ। ਜਦੋਂ ਆਪਾਂ ਕੋਈ ਸੈਸ਼ਨ ਸ਼ੁਰੂ ਕਰਦੇ ਆ, ਰਾਜਪਾਲ ਦੇ ਭਾਸ਼ਣ ਦਾ ਸ਼ੁਰੂ ਹੁੰਦਾ, ਰਾਜਪਾਲ ਦੇ ਭਾਸ਼ਣ ਨਾਲ ਖਤਮ ਹੁੰਦਾ, ਤੇ ਸੰਵਿਧਾਨ ਨੇ ਉਸਨੂੰ ਕੁਝ ਪਾਵਰਸ ਦਿੱਤੀਆਂ ਨੇ।
ਤੇ ਇਹਨਾਂ ਨੂੰ ਇੱਕ ਚੀਜ਼ ਸਮਝਣੀ ਚਾਹੀਦੀ ਹੈ ਕਿ ਰਾਜਪਾਲ ਸਾਹਿਬ ਇਹਨਾਂ ਦੇ ਕੋਈ ਡੇ ਟੂ ਡੇ ਅਫੇਅਰ 'ਚ ਦਖਲ ਨਹੀਂ ਦਿੰਦੇ। ਉਹ ਸਿਰਫ ਇਹਨਾਂ ਨੂੰ ਉਹ ਗੱਲਾਂ ਸਰ ਨਾਰੰਗ ਜਿਹਦੇ ਸਾਹਿਬ ਤੇ ਉਹਨਾਂ ਨੂੰ ਨਹੀਂ ਆ ਰਹੀ। ਜਿਹਦੇ ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਸਰਕਾਰ ਕੁਝ ਗਲਤ ਕਰ ਰਹੀ ਹੈ। ਜੀ ਨਾਰੰਗ ਸਾਹਿਬ ਕੰਟੀਨਿਊ ਕਰੋ ਜੀ। ਉਹਨਾਂ ਨੂੰ ਦੇਖੋ, ਆਪਾਂ ਸੰਵਿਧਾਨ ਨੂੰ ਜਿਹੜੇ ਮੰਨਣ ਨਹੀਂ ਲੱਗ ਗਏ ਨੇ, ਬਾਬਾ ਸਾਹਿਬ ਦੇ ਸੰਵਿਧਾਨ ਨੂੰ, ਉਹਦੇ 'ਚ ਪ੍ਰੋਬਲਮ ਇਹਨਾਂ ਨੂੰ ਹੈ ਕੀ ਆ? ਜੇ ਉਹਨਾਂ ਨੇ ਕਿਹਾ ਪਰ ਅੱਛਾ ਇੱਕ ਗੱਲ ਨਾਰੰਗ ਸਾਹਿਬ, ਇੱਕ ਗੱਲ ਇਹ ਵੀ ਹੈ ਕਿ ਠੀਕ ਹੈ ਇਹ ਪਾਵਰਸ ਜਿਹੜੀਆਂ 167 ਹੈਗਾ ਉਹ ਸਟੈਂਡ ਕਰਦਾ ਹੈ ਨਾ, ਪਰ ਪ੍ਰੋਬਲਮ ਇੱਕ ਇਹ ਵੀ ਹੈ, ਇੱਕ ਸਮੱਸਿਆ ਇਹ ਵੀ ਹੈ, ਸਵਾਲ ਅਹਿਮ ਹੈ ਜਿਹੜਾ ਕਿ ਇਸ ਤਰ੍ਹਾਂ ਦਾ ਟ੍ਰੈਡੀਸ਼ਨ ਮੁਲਕ ਦੇ ਵਿੱਚ ਕਿਤੇ ਦਿਖਾਈ ਨਹੀਂ ਦਿੱਤਾ ਅੱਜ ਤੱਕ। ਸਿਰਫ ਅਰੁਣਾਚਲ ਪ੍ਰਦੇਸ਼ ਦੀ ਇੱਕ ਮਿਸਾਲ ਮਿਲਦੀ ਹੈ ਸਾਨੂੰ, ਜਦੋਂ ਸਰਕਾਰ ਗਿਰੀ ਹੈ ਅਰੁਣਾਚਲ ਪ੍ਰਦੇਸ਼ ਦੇ ਵਿੱਚ, ਔਰ 167 ਦੇ ਰੌਲੇ ਕਰਕੇ ਹੀ ਗਿਰੀ ਹੈ। ਇਸ ਤੋਂ ਇਲਾਵਾ ਕੋਈ ਟ੍ਰੈਡੀਸ਼ਨ ਨਹੀਂ ਹੈ। ਇਹ ਕਿਉਂ ਹੈ ਕਿ ਪੰਜਾਬ ਦੇ ਵਿੱਚ ਜਾਂ ਜਿਹੜੇ ਬੀਜੇਪੀ ਦੇ ਵੱਲੋਂ ਕਿ ਸੈਂਟਰ ਗਵਰਨਮੈਂਟ ਦੇ ਵੱਲੋਂ ਅਪਾਇੰਟ ਕੀਤੇ ਗਵਰਨਰਸ ਨੇ ਜਾਂ ਸਟੇਟ ਹੈਡਸ ਨੇ, ਉਹ ਚੁਣੀ ਹੋਈ ਸਰਕਾਰ ਤੋਂ ਸਵਾਲ ਕਰਦੇ। ਆਮ ਆਦਮੀ ਪਾਰਟੀ ਦੀ ਜਿੱਥੇ ਸਰਕਾਰ ਹੈ ਉੱਥੇ ਹੀ ਇਹ ਕਿਉਂ ਹੁੰਦਾ ਹੈ? ਇਹਦੇ ਪਿੱਛੇ ਬਿਕਰਮਜੀਤ ਪਾਸੀ ਕਹਿ ਰਹੇ ਕਿ ਪੋਲੀਟੀਕਲ ਮਨਸ਼ਾ ਹੈਗੀ, ਇਹ ਸੰਵਿਧਾਨਕ ਰੌਲਾ ਹੈ ਹੀ ਨਹੀਂ। ਗੁਰਪ੍ਰੀਤ ਜੀ, ਆਪਾਂ ਨੂੰ ਥੋੜਾ ਜਿਹਾ ਇਹਨੂੰ ਅਲੱਗ ਪਰਸਪੈਕਟਿਵ ਨਾਲ ਦੇਖਣ ਦੀ ਜ਼ਰੂਰਤ ਆ, ਕਿਉਂਕਿ ਭਾਰਤੀ ਜਨਤਾ ਪਾਰਟੀ ਸਿਰਫ 15 ਸੂਬਿਆਂ ਦੇ ਵਿੱਚ ਸਰਕਾਰ ਆ। ਬਾਕੀ ਸੂਬਿਆਂ ਦੇ ਵਿੱਚ ਗੈਰ ਭਾਜਪਾ ਸਰਕਾਰਾਂ ਨੇ, ਜਿਨ੍ਹਾਂ ਵਿੱਚ ਕਾਂਗਰਸ ਦੀ ਸਰਕਾਰ ਵੀ ਆ। ਪਰ ਆਪਾਂ ਇਹ ਸਮੱਸਿਆ ਜਿਹੜੀ ਦੇਖ ਰਹੇ ਹਾਂ ਸਿਰਫ 2 ਸਟੇਟਾਂ 'ਚ ਦੇਖ ਰਹੇ ਹਾਂ ਜੀ, ਇੱਕ ਦਿੱਲੀ ਦੇ ਵਿੱਚ ਔਰ ਇੱਕ ਪੰਜਾਬ ਦੇ ਵਿੱਚ ਜੀ। ਉਹਦੇ ਵਿੱਚ ਕਾਰਨ ਕੀ ਆ ਕਿ ਇਹਨਾਂ ਲੋਕਾਂ ਨੂੰ ਸੰਵਿਧਾਨ ਦੇ ਮੁਤਾਬਕ ਕੰਮ ਕਰਨਾ ਨਹੀਂ ਆਉਂਦਾ, ਔਰ ਇਹ ਆਪਣੀ ਨਾਕਾਮੀਆਂ ਦਾ, ਕਿਉਂਕਿ ਇਹਨਾਂ ਨੇ ਕਿਸੇ ਨਾ ਕਿਸੇ ਸਿਰ ਤੇ ਠੀਕਰਾ ਫੋੜਨਾ ਹੁੰਦਾ ਤੇ ਇਹਨਾਂ ਨੇ ਉਹਨੂੰ ਗਵਰਨਰ ਦਾ ਆਫਿਸ ਚੁਣਿਆ ਹੋਇਆ। ਦਿੱਲੀ 'ਚ ਇਹੀ ਹੈ। ਮੈਂ ਇੱਕ ਵਾਰੀ ਇਹੀ ਜਵਾਬ ਇਹਨਾਂ ਤੋਂ ਲੈ ਲਾਂ ਪਾਸੀ ਸਾਹਿਬ ਤੋਂ। ਪਾਸੀ ਸਾਹਿਬ, ਤੁਸੀਂ ਸੁਣ ਲਿਆ ਕਿ ਲੋਕੇਸ਼ ਨਾਰੰਗ ਹੋਰੀ ਕਹਿ ਰਹੇ ਹੈ ਕਿ ਤੁਹਾਨੂੰ ਸੰਵਿਧਾਨ ਦੀ ਸਮਝ ਨਹੀਂ ਹੈ ਦਰਅਸਲ, ਇਸ ਕਰਕੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਫਿਰ ਕਰ ਰਹੇ ਹੋਗੇ। ਬੀਜੇਪੀ ਦਾ ਨਾ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਉਹਨਾਂ ਨੂੰ ਇਹ ਜਿੱਥੇ ਇਹਨਾਂ ਦਾ ਖੇਲ ਚੱਲ ਜਾਂਦਾ, ਜਿਹਨੂੰ ਇਹ ਖੇਲਾ ਕਹਿੰਦੇ ਆ, ਵਿਰੋਧੀ ਪਾਰਟੀਆਂ ਦੀਆਂ ਜਿਹੜੀਆਂ ਐਮਐਲਏ ਵਗੈਰਾ ਪੱਟ ਲੈਂਦੇ ਆ ਕਿਸੇ ਵੀ ਤਰੀਕੇ ਨਾਲ, ਉੱਥੇ ਦਾ ਇਹ ਖੇਲਾ ਕਰ ਲੈਂਦੇ ਆ। ਜਿੱਥੇ ਇਹਨਾਂ ਦਾ ਬਸ ਨਹੀਂ ਚੱਲਦਾ ਉੱਥੇ ਗਵਰਨਰ ਜਾਂ ਲੈਫਟੀਨੈਂਟ ਗਵਰਨਰ ਦਾ ਮਿਸਯੂਜ਼ ਕਰਦੇ ਆ, ਜਿਸ ਦੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਕਿ ਜਿਹੜੇ ਪੱਛਮੀ ਬੰਗਾਲ ਦੇ ਗਵਰਨਰ ਸੀਗੇ, ਉਹਨਾਂ ਨੇ ਲਗਾਤਾਰ ਮਮਤਾ ਬੈਨਰਜੀ ਦੀ ਸਰਕਾਰ ਨੂੰ ਪਰੇਸ਼ਾਨ ਕੀਤਾ, ਲਗਾਤਾਰ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ ਸੀ, ਔਰ ਬੀਜੇਪੀ ਨੇ ਉਹਨਾਂ ਨੂੰ ਪ੍ਰਮੋਟ ਕਰਕੇ ਵਾਈਸ ਪ੍ਰੈਜ਼ੀਡੈਂਟ ਬਣਾਇਆ। ਸਾਡੇ ਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਹੈ, ਇਸ ਕਰਕੇ ਮੈਂ ਉਹਨਾਂ ਦਾ ਨਾਮ ਜਾਂ ਨਹੀਂ ਲੈਣਾ ਚਾਹੁੰਦਾ, ਕਿੰਤੂ ਪਰੰਤੂ ਨਹੀਂ ਪਤਾ। ਦੂਜਾ, ਇਹਨਾਂ ਹੀ ਜਿਹੜੇ ਬਨਵਾਰੀ ਲਾਲ ਪੁਰੋਹਿਤ ਜੀ ਆ, ਹੁਣ ਜਰਾ ਧਿਆਨ ਨਾਲ ਸੁਣਿਓ, ਇਹਨਾਂ ਹੀ ਬਨਵਾਰੀ ਲਾਲ ਪੁਰੋਹਿਤ ਜੀ ਨੇ 21 ਅਕਤੂਬਰ 2022 ਨੂੰ ਇਹ ਕਿੱਥੋਂ ਦੇ ਸੀਗੇ? ਗਵਰਨਰ ਤਾਮਿਲਨਾਡੂ ਦੇ। ਉੱਥੇ ਕੀ ਕਿਹਾ ਸੀ ਇਹਨਾਂ ਨੇ? ਕਹਿੰਦੇ ਜੀ ਜਿਹੜਾ ਹੈ 40-40, 50-50 ਲੱਖ ਲੈ ਕੇ ਇੱਥੇ ਵੀਸੀ ਦੀ ਪੋਸਟਾਂ ਵਿਕਦੀਆਂ, ਉਹ ਸਰਕਾਰ ਨੂੰ ਇਲਜ਼ਾਮ ਕਰਨ ਦੇ ਲਈ। ਫਿਰ 25 ਜੂਨ 2018 ਨੂੰ ਡੀਐਮਕੇ, ਕਾਂਗਰਸ, ਆਈਯੂਐਮਐਲ ਨੇ ਇਹਨਾਂ ਹੀ ਗਵਰਨਰ ਜਿਹੜੇ ਉੱਥੇ ਸੀਗੇ ਬਾਈਕਾਟ ਕੀਤਾ ਸੀ ਇਹਨਾਂ ਦਾ, ਔਰ 7 ਦਸੰਬਰ 2021 ਨੂੰ ਡੀਐਮਆਈਸੀ ਜਿਹੜੇ ਪੁਰੋਹਿਤ ਲਾਲ ਜੀ ਸੀਗੇ, ਇਹਨਾਂ ਦੇ ਖਿਲਾਫ ਸਟਾਲਿਨ ਜੀ ਨੇ ਡੈਮੋਨਸਟ੍ਰੇਸ਼ਨ ਕੀਤੀ ਸੀ ਸੜਕਾਂ ਤੇ। ਠੀਕ ਹੈ। ਤਾਮਿਲਨਾਡੂ ਦੇ ਗਵਰਨਰ ਹੁੰਦੇ ਹੋਏ ਇਹਨਾਂ ਨੇ ਲਗਾਤਾਰ ਉੱਥੇ ਜਿਹੜਾ ਹੈ ਸਰਕਾਰ ਨੂੰ ਪਰੇਸ਼ਾਨ ਕੀਤਾ ਸੀ, ਔਰ ਉੱਥੇ ਇਹ ਕਹਿਣ ਲੱਗੇ ਸੀ ਇਹ ਪੈਰਲਲ ਗਵਰਨਮੈਂਟ ਚਲਾਉਣਾ ਚਾਹੁੰਦੇ ਆ ਜੀ। ਦੂਸਰੀ ਚੀਜ਼ ਮੈਂ ਦੱਸਣਾ ਚਾਹਨਾ, ਆਰਟੀਕਲ 163 ਕਿਆ ਕਹਿੰਦਾ? देयर शैल बी ए काउंसिल ऑफ मिनिस्टर्स विद द चीफ मिनिस्टर एज द हेड। ठीक है। और सर शमशेर सिंह वर्सेस स्टेट ऑफ पंजाब च सुप्रीम कोर्ट ने कहा गवर्नर इज रोल इज टू असिस्ट चीफ मिनिस्टर इन द फंक्शन ऑफ स्टेट। ਇੱਥੇ ਹੀ ਛੱਡੋ, ਸੁਨੀਲ ਸੀ ਕੁਰੀਅਨ ਵਰਸਸ ਯੂਨੀਅਨ ਆਫ ਇੰਡੀਆ ਦੇ ਵਿੱਚ ਕੇਰਲਾ ਹਾਈ ਕੋਰਟ ਦਾ ਫੈਸਲਾ ਹੈ, ਗਵਰਨਰ ਇਜ਼ ਐਕਸ ਆਫੀਸ਼ੀਓ ਪ੍ਰੈਜ਼ੀਡੈਂਟ ਆਫ ਸਟੇਟ ਬ੍ਰਾਂਚ ਬਾਈ ਵਰਚੂ ਆਫ ਪ੍ਰੋਵੀਜ਼ਨਸ। ਹਾਊਐਵਰ, ਅੱਗੇ ਧਿਆਨ ਨਾਲ ਸੁਣਨ ਵਾਲਾ ਜੀ, ਰੂਲਸ ਡੂ ਨਾਟ ਕਨਫਰ ਐਨੀ ਪਾਵਰ ਔਨ ਗਵਰਨਰ ਟੂ ਸੁਪਰਸੀਡ ਦੀ ਸਟੇਟ। ਜਦੋਂ ਕਾਉਂਸਲ ਆਫ ਮਿਨਿਸਟਰਸ ਬਣ ਗਈ, ਜਦੋਂ ਚੀਫ ਮਿਨਿਸਟਰ ਇੱਕ ਚੁਣੇ ਹੋਏ ਆ, ਗਵਰਨਰ ਦੀ ਪੋਸਟ ਕਿਆ ਹੁੰਦੀ ਹੈ ਸਰ? ਗਵਰਨਰ ਦੀ ਕੋਈ ਟੈਨਿਓਰ ਨਹੀਂ ਹੁੰਦੀ। ਜਦੋਂ ਰਾਸ਼ਟਰਪਤੀ ਚਾਹੇ ਇਹਨਾਂ ਨੂੰ ਇੱਥੋਂ ਹਟਾ ਕੇ ਕਿਸੇ ਹੋਰ ਭੇਜ ਸਕਦਾ ਹੈ ਜਾਂ ਘਰ ਭੇਜ ਸਕਦਾ ਹੈ, ਇਹਨਾਂ ਦੀ ਕੋਈ ਫਿਕਸ ਟਰਮ ਨਹੀਂ ਹੁੰਦੀ। ਔਰ ਇੱਕ ਅਕਾਊਂਟੇਬਲ ਤਾਂ ਚੀਫ ਮਿਨਿਸਟਰ ਹੈ ਨਾ, ਉਹਨਾਂ ਨੇ ਤਾਂ ਇੱਥੇ ਹੀ ਰਹਿਣਾ ਜੀ। ਗਵਰਨਰ ਤਾਂ ਕਦੇ ਕੱਲ ਇਹ ਤਾਮਿਲਨਾਡੂ ਦੇ ਸੀ, ਅੱਜ ਇੱਥੇ, ਕੱਲ ਨੂੰ ਹੋ ਸਕਦਾ ਛੱਤੀਸਗੜ੍ਹ, ਅੰਡੋਮਾਨ ਨਿਕੋਬਾਰ ਦੇ ਹੋ ਜਾਣ। ਨਹੀਂ, ਪਰ ਜੇ ਆਪਾਂ ਪਾਸੀ ਸਾਹਿਬ ਜੇ ਆਪਾਂ ਫਾਰਮੈਲਿਟੀ ਜਾਂ ਦੇਖੀਏ ਜਾਂ ਲੀਗਲ ਪ੍ਰੋਸੈਸ ਹੈ ਜਿਹੜਾ, ਤੁਸੀਂ ਜਦੋਂ ਸਰਕਾਰ ਕੋਈ ਵੀ ਫੈਸਲਾ ਲੈਂਦੀ ਹੈ ਤਾਂ ਇੱਕ ਵਾਰ ਗਵਰਨਰ ਦੀ ਸਹੀ ਦੇ ਲਈ ਤਾਂ ਭੇਜਦੀ ਹੈ,
ਤਾਂ ਕੀ ਜਿਹੜਾ ਗਵਰਨਰ ਹੈ ਫਿਰ ਉਹਨੂੰ ਇਹ ਹੱਕ ਨਹੀਂ ਹੈ ਕਿ ਜਿਹੜਾ 167 ਏ ਦੇ ਵਿੱਚ ਜਿਹੜੀ ਗੱਲ ਆਉਂਦੀ ਹੈ, ਹੁਣ ਉਹਦੀ ਵਿਆਖਿਆ ਤੁਸੀਂ ਅਲੱਗ ਕੀਤੀ ਹੈ, ਲੋਕੇਸ਼ ਨਾਰੰਗ ਹੋਰਾਂ ਨੇ, ਮੈਂ ਪਹਿਲਾਂ ਇਹੀ ਕਹਿ ਰਿਹਾ ਸੀ ਕਿ ਵਿਆਖਿਆ ਅਲੱਗ-ਅਲੱਗ ਹੋ ਜਾਂਦੀ ਹੈਗੀ ਇਹਦੀ। ਵਿਆਖਿਆ ਤੁਸੀਂ ਅਲੱਗ ਕੀਤੀ ਹੈ, ਲੋਕੇਸ਼ ਨਾਰੰਗ ਅਲੱਗ ਕਰ ਰਹੇ ਹੈਗੇ, ਪਰ ਕੁੱਲ ਮਿਲਾ ਕੇ ਇਹ ਹੈ ਕਿ ਇੱਕ ਜਨਰਲ ਜਿਹੜਾ ਪਰਸੈਪਸ਼ਨ ਹੈ ਉਹ ਇਹ ਕਿ ਰਾਜਪਾਲ ਨਹੀਂ ਕਰ ਸਕਦੇ ਹੈਗੇ। ਮੈਂ ਤੁਹਾਨੂੰ ਦੱਸਦਾ ਸਰ, ਇਹਦਾ ਜਵਾਬ ਨਾ ਸੁਨੀਲ ਕੁਮਾਰ ਵਰਸਸ ਗਵਰਨਮੈਂਟ ਆਫ ਵੈਸਟ ਬੰਗਾਲ ਦੇ ਵਿੱਚ ਦਿੱਤਾ ਸੀਗਾ। ਉੱਥੇ ਉਹਨਾਂ ਨੇ ਕਿਹਾ ਸੀਗਾ ਕਿ ਗਵਰਨਰ ਕੈਨ ਨਾਟ ਐਕਸੈਪਟ ਇਨ ਅਕੋਰਡੈਂਸ ਵਿਦ ਦੀ ਐਡਵਾਈਸ ਆਫ ਮਿਨਿਸਟਰਸ। ਸੁਨੀਲ ਕੁਮਾਰ ਵਰਸਸ ਗਵਰਨਮੈਂਟ ਆਫ ਵੈਸਟ ਬੰਗਾਲ ਦੇ ਵਿੱਚ ਉਹਦੇ ਉੱਤੇ ਬੜਾ ਕਲੀਅਰ ਉਹਨਾਂ ਨੇ ਗੱਲ ਕਰਤੀ ਸੀਗੀ। ਔਰ ਇਹਦੇ ਤੇ ਸਰ ਜਦੋਂ ਤੁਸੀਂ ਪੀਯੂ ਮਿਲਈ ਵਰਸਸ ਸਟੇਟ ਆਫ ਮਿਜ਼ੋਰਮ 11/1/2005 ਦਾ ਫੈਸਲਾ ਹੈ, ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿਹੜੀ ਗਵਰਨਰ ਦੀ ਪਲੇਜ਼ਰ ਡਾਕਟਰਾਈਨ ਹੈ ਉਹਦੇ ਉੱਤੇ ਉਹਨਾਂ ਨੇ ਕਿਹਾ ਸੀ ਪਲੇਜ਼ਰ ਡਾਕਟਰਾਈਨ ਬਾਈ ਦੀ ਗਵਰਨਰ ਇਜ਼ ਬਾਉਂਡ ਬਾਈ ਦੀ ਐਡਵਾਈਸ ਆਫ ਕਾਉਂਸਲ ਆਫ ਮਿਨਿਸਟਰ। ਪਾਵਰ ਆਫ ਗਵਰਨਰ, ਸਰ ਇਹ ਲਾਈਨ ਨੂੰ ਜਿਹੜਾ ਕੋਡ ਕਰਿਓ ਸਪੈਸੀਫਿਕਲੀ, ਪਾਵਰ ਆਫ ਗਵਰਨਰ ਇਜ਼ ਨਾਟ ਇੰਡੀਪੈਂਡੈਂਟ। ਠੀਕ ਹੈ। ਦੂਸਰੀ ਚੀਜ਼ ਸਰ ਜਿਹੜੀ ਇਸ ਚ ਮੇਨ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਜੀ ਕਿ ਗਵਰਨਰ ਸਾਹਿਬ ਨੇ 6 ਤਰੀਕ ਨੂੰ ਪ੍ਰਿੰਸੀਪਲਸ ਵਾਪਸ ਆਨੇ ਆ, 11 ਤਰੀਕ ਨੂੰ ਉਹ ਵਾਪਸ ਆਨੇ ਆ, 6 ਨੂੰ ਜਾਂਦੇ ਆ, ਔਰ 13 ਤਰੀਕ ਨੂੰ ਜਦੋਂ 12 ਤਰੀਕ ਨੂੰ ਅਸੀਂ ਚੰਡੀਗੜ੍ਹ ਡੈਮੋਨਸਟ੍ਰੇਸ਼ਨ ਕਰਦੇ ਹਾਂ, 13 ਤਰੀਕ ਨੂੰ ਲੈਟਰ ਇਸ਼ੂ ਕਰਦੇ ਹਾਂ ਔਰ ਲੈਟਰ ਮੀਡੀਆ ਰਾਹੀਂ ਇਸ਼ੂ ਕਰ ਰਹੇ ਹਾਂ। ਔਰ ਚੌਥੀ ਚੀਜ਼ ਸਰ, ਬਿਨਾਂ ਕਿਸੇ ਐਵੀਡੈਂਸ ਦੇ, ਬਿਨਾਂ ਕਿਸੇ ਇਸ ਚੀਜ਼ ਨੂੰ ਜਾਂਚੇ ਤੁਸੀਂ ਸਰਕਾਰ ਨੂੰ ਕਟਘਰੇ 'ਚ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਹੁਣ ਪ੍ਰਿੰਸੀਪਲ ਦੇ ਵਿੱਚ ਇਹਨਾਂ ਨੇ ਕਿਹਾ ਕ੍ਰਾਈਟੇਰੀਆ ਦੱਸੋ। ਜਦੋਂ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਨੇ ਕ੍ਰਾਈਟੇਰੀਆ ਜੱਜ ਕੇ ਆਨਲਾਈਨ ਰਿਲੀਜ਼ ਕੀਤਾ ਸੀਗਾ, SCERT ਸਟੇਟ ਕਾਉਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ, ਉਹਨਾਂ ਨੇ ਓਪਨਲੀ ਇਨਫੋਰਮ ਕੀਤਾ ਸੀਗਾ। ਉਹਨਾਂ ਨੇ ਕਿਹਾ ਸੀ ਪ੍ਰਿੰਸੀਪਲ ਕੈਨ ਅਪਲਾਈ, ਉਹਨਾਂ ਨੇ ਸਾਈਟ ਦੱਸੀ ਸੀ epunjabschools.in ਔਰ ਕਿਹਾ ਸੀ ਕਿ 26/12 ਤੱਕ ਤੁਸੀਂ ਅਪਲਾਈ ਕਰੋ। ਫਿਰ ਉਹਨਾਂ ਨੇ ਜਿਹੜਾ ਕ੍ਰਾਈਟੇਰੀਆ ਸੈੱਟ ਕੀਤਾ ਸੀਗਾ ਉਹ ਆਨਲਾਈਨ ਹੈ ਸਰ। ਗਵਰਨਰ ਸਾਹਿਬ ਨੇ ਉਹ ਵੀ ਚੈੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਿਰਫ ਪੁਆਇੰਟ ਆਊਟ ਕਰਤਾ। ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਨੇ ਲੈਟਰ ਇਸ਼ੂ ਕੀਤਾ ਸੀ, 2 ਤਰ੍ਹਾਂ ਦੀ ਕੈਟੇਗਰੀਜ਼ ਦੇ ਟੀਚਰ ਜਾ ਸਕਦੇ ਆ, ਸਕੂਲ ਪ੍ਰਿੰਸੀਪਲਸ ਪੋਸਟਡ ਇਨ ਗਵਰਨਮੈਂਟ ਸਕੂਲਸ, ਐਜੂਕੇਸ਼ਨਲ ਐਡਮਿਨਿਸਟ੍ਰੇਟਰਸ ਜੋ DEO ਜਾਂ ਡਿਪਟੀ DEO, ਔਰ ਪ੍ਰਿੰਸੀਪਲ ਦੇ ਲਈ ਕ੍ਰਾਈਟੇਰੀਆ ਸੈੱਟ ਕੀਤਾ ਸੀਗਾ ਕਿ 5 ਸਾਲ ਦੀ ਘੱਟੋ ਘੱਟ ਉਹਨਾਂ ਦੀ ਐਕਸਪੀਰੀਅੰਸ ਹੋਵੇ ਔਰ 5 ਸਾਲ ਦੀ ਬਕਾਇਆ ਜੌਬ ਪਈ ਹੋਵੇ। ਐਡਮਿਨਿਸਟ੍ਰੇਟਰਸ ਦੇ ਲਈ 2 ਸਾਲ ਕੀਤਾ ਸੀਗਾ ਔਰ ਰਿਟਨ ਟੈਸਟ ਕੰਪਲਸਰੀ ਕੀਤਾ ਸੀਗਾ। ਅੱਛੀ ਕਮਿਊਨੀਕੇਸ਼ਨ ਸਕਿੱਲ ਦੀ ਉਹਨਾਂ ਨੇ ਸ਼ਰਤ ਰੱਖੀ ਸੀ। ਇੰਟਰਵਿਊ ਕਲੀਅਰ ਕਰਨਾ ਜ਼ਰੂਰੀ ਰੱਖਿਆ ਸੀ। ਸਟੇਟ ਐਂਡ ਨੈਸ਼ਨਲ ਅਵਾਰਡੀਜ਼ ਨੂੰ ਪ੍ਰੈਫਰੈਂਸ ਦੇਣ ਦੀ ਸੀਗਾ। ਐਜੂਕੇਸ਼ਨਲ ਐਡਮਿਨਿਸਟ੍ਰੇਸ਼ਨ ਲਈ ਜਿਹੜਾ 2 ਸਾਲ ਸੀਗਾ ਔਰ ਇਹ ਵੀ ਕਿਹਾ ਸੀ ਕਿ ਜੋ PhD ਹੋਲਡਰਸ ਹੈ ਉਹਨਾਂ ਨੂੰ ਐਕਸਟਰਾ 10 ਪੁਆਇੰਟ ਔਰ ਨੈਸ਼ਨਲ ਅਵਾਰਡੀ ਨੂੰ 5 ਪੁਆਇੰਟ ਐਕਸਟਰਾ ਔਰ ਜਿਹੜੀ ਸਿਲੈਕਸ਼ਨ ਮੈਰਿਟ ਇਹ ਸਾਰਾ ਕੁਝ ਸਰ ਮੈਂ ਉਹੀ ਦੱਸ ਰਿਹਾ, ਸਾਰਾ ਕੁਝ ਆਨਲਾਈਨ ਹੈ। ਠੀਕ ਹੈ ਵਿਕਰਮ ਜੀ, ਤੁਸੀਂ ਥੋੜੀ ਦੇਰ ਪਹਿਲਾਂ ਇਹ ਗੱਲ ਕਹੀ ਸੀ ਕਿ 167 ਏ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਜਿਹੜੇ ਰਾਜਪਾਲ ਨੇ ਉਹ ਕਿਵੇਂ ਕਾਲ ਕਰ ਸਕਦੇ ਜਾਂ ਕਿਵੇਂ ਜਵਾਬ ਮੰਗ ਸਕਦੇ ਆ ਮੁੱਖ ਮੰਤਰੀ ਤੋਂ। ਤਾਂ ਇਹ ਮੈਂ ਲੋਕੇਸ਼ ਨਾਰੰਗ ਜੀ ਤੋਂ ਪੁੱਛਣਾ ਚਾਹੁੰਦਾ। ਲੋਕੇਸ਼ ਜੀ, ਇੱਕ ਹੁਣ ਇਹ ਵਿਆਖਿਆ ਦੇ ਵਿੱਚ ਫਰਕ ਆ ਗਿਆ, ਪਾਸੀ ਸਾਹਿਬ ਅਲੱਗ ਤਰੀਕੇ ਦੇ ਨਾਲ ਉਹਨੂੰ ਡਿਫਾਈਨ ਕਰ ਰਹੇ, ਤੁਸੀਂ ਅਲੱਗ ਤਰੀਕੇ ਨਾਲ ਡਿਫਾਈਨ ਕਰ ਰਹੇ ਹੋ, ਪਰ ਕੁੱਲ ਮਿਲਾ ਕੇ ਜੇ ਸੰਵਿਧਾਨ ਦੀ ਧਾਰਾ ਜਿਹੜੀ 167 ਏ ਹੈ ਉਹ ਕਹਿੰਦੀ ਹੈ ਕਿ ਰਾਜਪਾਲ ਨੂੰ ਜਵਾਬ ਦੇਣਾ ਪਊਗਾ, ਤਾਂ ਫਿਰ ਜੇ ਮੁੱਖ ਮੰਤਰੀ ਜਵਾਬ ਨਹੀਂ ਦਿੰਦੇ ਤਾਂ ਫਿਰ ਇਹਦੀ ਕੀ ਲੀਗਲ ਹੈ, ਜਿਹੜੀਆਂ ਆਪਸ਼ਨਸ ਕੀ ਹੋ ਸਕਦੀਆਂ ਅੱਗੇ ਰਾਜਪਾਲ ਦੇ ਕੋਲ? ਦੇਖੋ ਗੁਰਪ੍ਰੀਤ ਜੀ, ਉਹ ਤਾਂ ਰਾਜਪਾਲ ਉਹਦੇ ਤੇ ਲੀਗਲ ਐਡਵਾਈਸ ਲੈਣਗੇ, ਜੋ ਉਹਨਾਂ ਨੂੰ ਠੀਕ ਲੱਗੇਗਾ ਉਹ ਕਰਨਗੇ। ਮੈਂ ਪਾਸੀ ਜੀ ਨੂੰ ਸੁਣ ਰਿਹਾ ਸੀਗਾ, ਬੜੇ ਇਹਨਾਂ ਨੇ ਜਜਮੈਂਟਸ ਕੋਟ ਕੀਤੀਆਂ, ਪਰ ਇਹਨਾਂ ਨੂੰ ਪੁੱਛੋ ਆਮ ਆਦਮੀ ਪਾਰਟੀ ਵਾਲਿਆਂ ਨੂੰ ਪਾਸੀ ਸਾਹਿਬ ਦੇ ਥਰੂ ਕਿ ਜੇ ਗਵਰਨਰ ਸਾਹਿਬ ਨੇ ਚਿੱਠੀ ਦੇ ਦਿੱਤੀ ਤਾਂ ਜਿਹੜਾ ਉਹਦਾ ਭਗਵੰਤ ਮਾਨ ਸਾਹਿਬ ਨੇ ਜਵਾਬ ਦਿੱਤਾ ਉਹ ਸੰਵਿਧਾਨ ਦੇ ਕਿਹੜੇ ਆਰਟੀਕਲ ਮੁਤਾਬਕ ਦਿੱਤਾ? ਦੇਖੋ ਜੇ ਕੋਈ ਕਿਸੇ ਨੂੰ ਸਵਾਲ ਪੁੱਛ ਰਿਹਾ ਜਾਂ ਤਾਂ ਤੁਸੀਂ ਉਹਨੂੰ ਇਹ ਕਹਿ ਲਓ ਕਿ ਭਾਈ ਤੁਸੀਂ ਸਵਾਲ ਸਾਨੂੰ ਪੁੱਛ ਨਹੀਂ ਸਕਦੇ, ਤੁਸੀਂ ਆਰਟੀਕਲ ਨਾਲ ਆਥੋਰਾਈਜ਼ ਨਹੀਂ ਹੋ। ਉਹਨਾਂ ਨੇ ਆਰਟੀਕਲ ਲੈ ਕੇ ਪੁੱਛਿਆ ਤੇ ਇਹਨਾਂ ਨੇ ਜਿਹੜਾ ਉਹਨੂੰ ਜਵਾਬ ਦਿੱਤਾ ਕਿ ਤੁਸੀਂ ਦੱਸੋ ਜੀ ਤੁਹਾਨੂੰ ਕਿਹੜੇ ਪੈਮਾਨੇ ਤੇ ਚੁਣਿਆ ਗਿਆ, ਜਾਂ ਇਹ ਕਿਹੜੇ ਸੰਵਿਧਾਨ ਦੇ ਕਿਹੜੇ ਆਰਟੀਕਲ ਰਾਹੀਂ ਮੁੱਖ ਮੰਤਰੀ ਸਾਹਿਬ ਨੇ ਜਵਾਬ ਦਿੱਤਾ। ਦੇਖੋ ਇਹ ਆਪਾਂ ਇਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ ਕਿ 1 ਸਾਲ ਤੋਂ ਆਪਾਂ ਇਸ ਪਾਰਟੀ ਨੂੰ ਦੇਖ ਰਹੇ ਹਾਂ ਕਿ ਜਿਹੜੀ ਹਰ ਮੋਰਚੇ ਤੇ ਹਰ ਸਿਸਟਮ ਤੇ ਫੇਲ ਹੈ, ਔਰ ਜਿਹੜੀ ਇਹਨਾਂ ਦੇ ਵਿੱਚ ਇੱਕ ਸਭ ਤੋਂ ਗੰਦੀ ਆਪਾਂ ਕਹਿ ਸਕਦੇ ਹਾਂ ਇਹਨਾਂ ਦੀ ਸੋਚ ਆ, ਇਹਨਾਂ ਨੂੰ ਕੋਈ ਸਵਾਲ ਕਰੋ ਤੁਹਾਨੂੰ ਕਿੰਨਾ ਸਵਾਲ ਕਰਦੇ, ਸਵਾਲ ਦਾ ਜਵਾਬ ਕਦੇ ਨਹੀਂ ਦਿੰਦੇ। ਗੱਲ ਬੜੀ ਸਿੰਪਲ ਹੈ। ਰਾਜਪਾਲ ਸਾਹਿਬ ਰੋਜ਼ ਦੀ ਤੁਹਾਡੀ 500
700 ਫਾਈਲ ਕਲੀਅਰ ਕਰਦੇ ਨੇ ਤੇ ਜੇ ਕੁਝ ਉਹਨਾਂ ਨੇ ਚੁਣਿੰਦਾ ਫੈਸਲਾ ਤੇ ਤੁਹਾਨੂੰ ਰੀਕਨਸੀਡਰ ਨਹੀਂ ਕਰਨ ਨੂੰ ਹੁਣ ਕਿਹਾ ਇੱਕ ਚੀਜ਼ ਇੱਥੇ ਪੁਆਇੰਟ ਇੱਕ ਹੋਰ ਜਿਹੜਾ ਬਿਕਰਮਜੀਤ ਹੋਰਾਂ ਨੇ ਚੁੱਕਿਆ ਸੀ ਉਹਨੂੰ ਥੋੜਾ ਜਿਹਾ ਸਮਝ ਲਈਏ। ਉਹ ਕਹਿੰਦੇ ਆ ਕਿ ਠੀਕ ਹੈ ਮੁੱਖ ਮੰਤਰੀ ਜਵਾਬ ਦੇਣ ਦੇ ਲਈ ਕਿਹਾ ਗਿਆ ਹੈ ਮੁੱਖ ਮੰਤਰੀ ਨੂੰ, ਜਿਹੜੀ ਵਿਆਖਿਆ ਉਹਨਾਂ ਨੇ ਕੀਤੀ 167A ਸੈਕਸ਼ਨ ਦੀ ਹਨ, ਪਰ ਨਾਲ ਹੀ ਇੱਕ ਗੱਲ ਉਹਨਾਂ ਨੇ ਇਹ ਵੀ ਕੋਟ ਕੀਤੀ ਹੈ ਕਿ ਜਿਹੜੇ ਰਾਜਪਾਲ ਨੇ ਉਹ ਡੇ ਟੂ ਡੇ ਅਫੇਅਰਸ ਨੇ ਜਿਹੜੇ ਕੈਬਨਿਟ ਦੇ ਜਾਂ ਸੀਐਮ ਦੇ, ਉਹਨਾਂ 'ਚ ਦਖਲ ਨਹੀਂ ਦੇ ਸਕਦੇ। ਜੇ ਆਪਾਂ ਸੰਵਿਧਾਨ ਨੂੰ ਗੁਰਪ੍ਰੀਤ ਜੀ ਪੜਾਂਗੇ ਤਾਂ ਸੰਵਿਧਾਨ ਮੁਤਾਬਕ 166 ਆਰਟੀਕਲ ਔਰ 167 ਆਰਟੀਕਲ ਇਹ ਕਹਿੰਦੇ ਵੀ ਕਿਸੇ ਵੀ ਸਰਕਾਰ ਦੀ ਕਾਰਵਾਈ ਸਿਰਫ ਗਵਰਨਰ ਦੇ ਨਾਮ ਤੇ ਹੁੰਦੀ। ਜੋ ਸੰਵਿਧਾਨ ਨਾ ਪਾਸੀ ਸਾਹਿਬ ਨੇ ਬਣਾਇਆ, ਨਾ ਕੇਜਰੀਵਾਲ ਸਾਹਿਬ ਨੇ ਬਣਾਇਆ, ਤਾਂ ਬਾਬਾ ਸਾਹਿਬ ਦਾ ਬਣਾਇਆ ਸੰਵਿਧਾਨ, ਉਹਦਾ ਪਾਲਣਾ ਕਰਨਾ ਇਹਨਾਂ ਦਾ ਕੰਮ ਆ, ਇਹਨਾਂ ਨੂੰ ਸਹੁੰ ਚੱਕੀ ਆ। ਪਰ ਤੁਸੀਂ ਇਹ ਦੇਖੋ ਨਾ ਵੀ ਸਵਾਲ ਦੇ ਜਵਾਬ ਦੇ ਵਿੱਚ ਤੁਸੀਂ ਸਵਾਲ ਕਿਉਂ ਕਰਦੇ ਹੋ? ਜੇ ਤੁਸੀਂ 1000 ਫੈਸਲਾ ਕੀਤਾ, ਉਹਨਾਂ ਨੇ ਕੁਝ 5 ਫੈਸਲੇ ਉਹ ਚੋਂ ਕੋਟ ਕਰ ਦਿੱਤੇ, ਤੁਸੀਂ ਉਹਨਾਂ ਨੂੰ ਉਹਦੇ ਤੇ ਜਵਾਬ ਦਿਓ, ਮੈਟਰ ਖਤਮ ਹੋ ਜਾਂਦਾ। ਉਹ ਇਹਨਾਂ ਦੇ ਹਰ ਕੰਮ 'ਚ ਤਾਂ ਦਖਲ ਨਹੀਂ ਨਾ ਦਿੰਦੇ, ਜਿਵੇਂ ਪਾਸੀ ਸਾਹਿਬ ਕਹਿ ਰਹੇ ਨੇ। ਗਵਰਨਰ ਦਾ ਕੋਈ ਕੰਮ ਨਹੀਂ ਹੈ। ਨਹੀਂ, ਇਹਨੂੰ ਤੈਅ ਕਿਵੇਂ ਕੀਤਾ ਜਾਊਗਾ ਲੋਕੇਸ਼ ਜੀ? ਇਹਨੂੰ ਫਿਰ ਤੈਅ ਕਿਵੇਂ ਕੀਤਾ ਜਾਊਗਾ ਕਿ ਡੇਲੀ ਜਿਹੜੀ ਇੰਟਰਫੇਰੈਂਸ ਹੋ ਰਹੀ ਹੈ ਜਾਂ ਇੱਕ ਦਿਨ ਦੇ ਲਈ ਜਵਾਬ ਮੰਗਿਆ ਗਿਆ? ਇਹਨੂੰ ਇੱਕ ਮਰਿਆਦਾ ਸੀਮਾ ਕਿੱਥੇ ਹੈ ਇਹਦੀ? ਗੱਲ ਮੈਂ ਉਹੀ ਤੁਹਾਨੂੰ ਗੁਰਪ੍ਰੀਤ ਜੀ ਦੱਸਣਾ ਚਾਹ ਰਿਹਾ ਨਾ ਕਿ ਜੇ ਤੁਸੀਂ ਗਵਰਨਰ ਸਾਹਿਬ ਦੇ ਨਾਮ ਤੇ ਸਾਰੇ ਕੰਮ ਕਰਨੇ ਜੋ ਕਿ ਸਰਕਾਰਾਂ ਦੇ ਹੁੰਦੇ ਨੇ ਜੀ, ਫਾਈਨਲ ਅਪਰੂਵਲ ਜਾਂ ਡਿਸਅਪਰੂਵਲ ਲਈ ਗਵਰਨਰ ਸਾਹਿਬ ਦੇ ਸਾਈਨਰ ਦੇ ਲਈ ਜਾਣੀ ਹੈ ਜੀ। ਤੇ ਜੇ ਉਹਨਾਂ ਨੂੰ ਕੁਝ ਫੈਸਲੇ ਤੇ ਇਤਰਾਜ਼ ਲੱਗਾ ਤੇ ਸੰਵਿਧਾਨ ਦਾ ਜਿਹੜਾ ਆਰਟੀਕਲ 167 ਆ ਉਹਨਾਂ ਨੂੰ ਆਥੋਰਾਈਜ਼ ਕਰਦਾ ਵੀ ਉਹਨਾਂ ਤੇ ਮੁੱਖ ਮੰਤਰੀ ਤੋਂ ਸਪਸ਼ਟੀਕਰਨ ਮੈਂ ਮੰਗ। ਬਿਕਰਮਜੀਤ ਹੋਰਾਂ ਤੋਂ ਜਵਾਬ ਲੈ ਲਾਂ। ਬਿਕਰਮ ਜੀ, ਹੁਣ ਇਹਨੂੰ ਥੋੜਾ ਜਿਹਾ ਸਮਝਾਓ। ਜਿਹੜੀ ਗੱਲ ਤੁਸੀਂ ਕਹੀ ਸੀ ਕਿ ਠੀਕ ਹੈ 167 ਇਜ਼ ਦੇਅਰ ਜਿਹੜਾ ਆਰਟੀਕਲ ਹੈ, ਪਰ ਇਸ ਦੇ ਨਾਲ ਹੀ ਤੁਸੀਂ ਇੱਕ ਜ਼ਿਕਰ ਕੀਤਾ ਕਿ ਰਾਜਪਾਲ ਡੇ ਟੂ ਡੇ ਅਫੇਅਰਸ ਦੇ ਵਿੱਚ ਇੰਟਰਫੇਰੈਂਸ ਨਹੀਂ ਕਰ ਸਕਦੇ। ਤਾਂ ਇਹਨਾਂ ਦੋਵੇਂ ਚੀਜ਼ਾਂ ਨੂੰ ਹੁਣ ਕਿਵੇਂ ਸਮਝੀਏ? ਉਹ ਕਦੋਂ ਜਵਾਬ ਮੰਗ ਸਕਦੇ ਆ ਜਾਂ ਡੇਲੀ ਨਹੀਂ ਮੰਗ ਸਕਦੇ ਤਾਂ ਕੀ ਹਫ਼ਤੇ ਬਾਅਦ ਮੰਗ ਸਕਦੇ ਆ? ਇਹ ਟਾਈਮਿੰਗ ਹੈ ਜਿਹੜੀ ਜਾਂ ਟਾਈਮ ਲਾਈਨ ਹੈ, ਇਹ ਕਲੀਅਰ ਨਹੀਂ ਹੈ ਸੰਵਿਧਾਨ ਦੇ ਵਿੱਚ ਵੀ। ਤਾਂ ਇਹਨੂੰ ਤੁਸੀਂ ਕਿਵੇਂ ਰੱਖਦੇ ਹੋ? ਇਹਦੇ 'ਚ ਦੇਖੋ ਆਰਟੀਕਲ ਜਿਹੜਾ 163 ਨੂੰ ਜਦੋਂ ਤੁਸੀਂ ਡਿਟੇਲ 'ਚ ਪੜ੍ਹਦੇ ਹੋ, ਔਰ ਜਿਹੜੀ ਉਸ ਤੋਂ ਬਾਅਦ ਪਹਿਲਾਂ ਕਿਆ ਹੁੰਦਾ ਸੀ ਜੀ, ਗਵਰਨਰਸ ਦਾ ਬਹੁਤ ਜ਼ਿਆਦਾ ਮਿਸਯੂਜ਼ ਹੁੰਦਾ ਸੀ ਕਾਂਗਰਸ ਸਮੇਂ ਵੀ, ਔਰ ਬੀਜੇਪੀ ਨੇ ਵੀ ਜਦੋਂ 1978 ਦੇ ਵਿੱਚ ਐਮਰਜੈਂਸੀ ਤੋਂ ਬਾਅਦ ਇਹਨਾਂ ਦੀ ਸਰਕਾਰ ਆਈ, ਇਹਨਾਂ ਨੇ ਸਾਰੀ ਕਾਂਗਰਸ ਸਰਕਾਰਾਂ ਤੋੜਤੀਆਂ ਸੀ। ਉਸ ਤੋਂ ਪਹਿਲਾਂ ਇੰਦਰਾ ਗਾਂਧੀ ਜੀ ਦੇ ਟਾਈਮ ਬਾਕੀ ਪਾਰਟੀਆਂ ਦੀ ਉਦੋਂ ਜਨਸੰਘ ਹੁੰਦਾ ਸੀ, ਇਹਨਾਂ ਦੀ ਬੀਜੇਪੀ ਨਹੀਂ ਸੀ ਹੁੰਦੀ। ਉਸ ਤੋਂ ਬਾਅਦ ਗੁਮਈ ਸਾਹਿਬ ਦਾ ਜਦੋਂ ਕੇਸ ਹੋਇਆ ਜੀ, ਅਸੀਂ ਜਾਵਾਂਗੇ। ਥੋੜੀ ਤਕਨੀਕੀ ਖਰਾਬੀ ਹੈਗੀ ਜਿਹੜੀ ਉਹ ਆ ਗਈ ਹੈ, ਇਸ ਕਰਕੇ ਦੁਬਾਰਾ ਕਨੈਕਟ ਕਰਨ ਦੀ, ਉਹਨਾਂ ਨੂੰ ਜੋੜਨ ਦੀ ਬਿਕਰਮਜੀਤ ਪਾਸੀ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ। ਲੋਕੇਸ਼ ਨਾਰੰਗ ਸਾਡੇ ਨਾਲ ਬਣੇ ਹੋਏ। ਲੋਕੇਸ਼ ਜੀ, ਤੁਸੀਂ ਸੁਣ ਲਈਆਂ ਹੋਣੀਆਂ ਗੱਲਾਂ ਜਿਹੜੀਆਂ। ਸੋ ਇਸ ਵਕਤ ਤੁਹਾਨੂੰ ਦੱਸ ਦਈਏ ਕਿ 167 ਧਾਰਾ ਜਿਹੜੀ ਆਰਟੀਕਲ ਹੈ ਜਿਹੜਾ ਸੰਵਿਧਾਨ ਦਾ, ਉਹਦੀ ਲੀਗਲ ਪਾਵਰਸ ਉਹਦੀਆਂ ਕਿਵੇਂ ਨੇ, ਜਾਂ ਉਹਦੀ ਲੀਗੈਲਿਟੀ, ਉਹਦੀਆਂ ਟੈਕਨੀਕੈਲਿਟੀਜ਼ ਕੀ ਨੇ, ਉਹਦੇ ਤਕਨੀਕੀ ਪੱਖ ਕੀ ਨੇ, ਉਹ ਕਲੀਅਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਸੰਵਿਧਾਨ ਦੀ ਧਾਰਾ 167 ਹੈ ਜਿਹੜੀ ਉਹ ਕਿੰਨਾ ਕੁ ਪਾਵਰਫੁਲ ਕਰਦੀ ਹੈ, ਐਮਪਾਵਰ ਕਰਦੀ ਹੈ ਸੂਬੇ ਦੇ ਰਾਜਪਾਲ ਨੂੰ। ਹਾਲਾਂਕਿ ਮੁੱਖ ਮੰਤਰੀ ਦੇ ਵੱਲੋਂ ਕੱਲ ਜਿਹੜਾ ਜਵਾਬ ਦਿੱਤਾ ਗਿਆ ਸੀ, ਉਹਨਾਂ ਕਿਹਾ ਸੀ ਕਿ ਮੈਂ ਤੁਹਾਡੀ ਯੋਗਤਾ ਪੁੱਛਣੀ ਚਾਹੁੰਦਾ ਕਿ ਤੁਸੀਂ ਕਿਸ ਆਧਾਰ ਤੇ ਯੋਗ ਹੋਏ ਹੋ ਰਾਜਪਾਲ ਬਣਨ ਦੇ। ਸੋ ਇਸ ਤਮਾਮ ਜਿਹੜਾ ਡਿਸਕੋਰਸ ਹੈ ਇਸ ਵਕਤ ਚੱਲ ਰਿਹਾ, ਔਰ ਉਧਰ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹਦੀ ਟਾਈਮਿੰਗ ਦੇਖੀ ਜਾਵੇ, ਇਹਦਾ ਲਹਿਜ਼ਾ ਦੇਖਿਆ ਜਾਵੇ, ਇਹਦੇ ਆਲੇ ਦੁਆਲੇ ਹੋਈਆਂ ਘਟਨਾਵਾਂ ਦੇਖੀਆਂ ਜਾਣ ਤਾਂ ਸਮਝ ਆ ਜਾਊਗਾ ਕਿ ਰਾਜਪਾਲ ਦੇ ਜਿਹੜੇ ਸਵਾਲ ਨੇ ਜਾਂ ਚਿੱਠੀਆਂ ਨੇ ਉਹ ਕਨਸਟੀਟਿਊਸ਼ਨ ਦੀ ਸਿਕਿਉਰਿਟੀ ਚੋਂ ਨਹੀਂ ਨਿਕਲਦੀਆਂ, ਉਹ ਜਿਹੜੀ ਸਿਆਸਤ ਹੈਗੀ ਬੀਜੇਪੀ ਦੀ ਉਹਦੇ ਚੋਂ ਨਿਕਲਦੀ। ਸੋ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਕਿ ਬੀਜੇਪੀ ਦੇ ਇਸ਼ਾਰੇ ਤੇ ਰਾਜਪਾਲ ਕੰਮ ਕਰਦੇ ਨੇ ਤੇ ਜਿਹੜੀ ਚੁਣੀ ਹੋਈ ਸਰਕਾਰ ਹੈਗੀ ਉਹਦੇ ਕੰਮਕਾਜ ਦੇ ਵਿੱਚ ਰੋੜਾ ਅਟਕਾਉਣ ਦੀ ਕੋਸ਼ਿਸ਼ ਹੁੰਦੀ ਹੈ। ਸੋ ਇਹ ਇਸ ਵਕਤ ਤੁਸੀਂ ਆਪਣੀ ਟੀਵੀ ਸਕਰੀਨ ਤੇ ਸੰਵਿਧਾਨ ਦੀ ਧਾਰਾ 167 ਕੀ ਹੈ